ਅੱਜ ਗੁਰੂ ਨਾਨਕ ਸਿੱਖ ਸੁਸਾਇਟੀ ਜਮਨਾਪਾਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 14 ਬਲਾਕ ਵਿਖੇ ਇਲੈਕਸ਼ਨ ਸੀਗੇ। ਤੇ ਗਿਣਤੀ ਦੇ ਵਿੱਚ 20 ਵੋਟਾਂ ਮੈਨੂੰ ਪੈਂਦੀਆਂ ਔਰ ਜੋ ਮੇਰੇ ਸਾਹਮਣੇ ਅਪੋਜ਼ਿਟ ਖੜਾ ਸੀ 20 ਵੋਟਾਂ ਉਹਨੂੰ ਪੈਂਦੀਆਂ ਨੇ, ਟਾਈ ਹੋ ਜਾਂਦਾ ਹੈ। ਇਹ ਜਦੋਂ ਸੰਗਤ ਇਹਨਾਂ ਨੂੰ ਕਹਿੰਦੀ ਹੈ ਕਿ ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੁਹਾਡੇ ਤੇ ਭਰੋਸਾ ਹੋਣਾ ਚਾਹੀਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ 2 ਵੋਟਾਂ ਪਾ ਕੇ ਤੁਸੀਂ ਸਿਲੈਕਟ ਕਰ ਲਓ, ਮੈਂ ਸੰਗਤ ਦੀ ਹਜ਼ੂਰੀ ਵਿੱਚ ਹਾਮੀ ਭਰੀ ਜੀ, ਮੈਂ ਇਸ ਫੈਸਲੇ ਤੋਂ ਐਕਸੈਪਟ ਕਰਦਾ ਕਿਉਂਕਿ ਸੰਗਤ ਦਾ ਹੁਕਮ ਹੈ। ਔਰ ਇਹ ਲੋਕ ਐਕਸੈਪਟ ਨਾ ਕਰਕੇ ਫੋਨ ਕੰਨ ਤੇ ਲਾ ਕੇ ਕੋਈ ਇੱਧਰ ਉੱਧਰ ਕਰਦੇ ਸਾਨੂੰ ਨਹੀਂ ਪਤਾ ਲੱਗਦਾ ਕਦੋਂ ਜਿਹੜੀਆਂ ਵੋਟਾਂ ਪੋਲ ਹੋਈਆਂ ਉਹ ਔਰ ਰਜਿਸਟਰ ਚੁੱਕ ਕੇ ਇੱਥੋਂ ਭੱਜ ਜਾਂਦੇ ਨੇ। ਔਰ ਉਹ ਅੱਜ ਕਿਸੇ ਘਰ ਦੇ ਵਿੱਚ ਕਮਰੇ ਦੇ ਵਿੱਚ ਜਾ ਕੇ ਆਪਣੇ ਆਪ ਹੀ ਲੈ ਵੀ ਤੂੰ ਪ੍ਰਧਾਨ ਬਣ ਗਿਆ, ਤੂੰ ਜਨਰਲ ਸਕੱਤਰ ਬਣ ਗਿਆ। ਬੜੀ ਮੰਦਭਾਗੀ ਗੱਲ ਹੈ ਕਿ ਜਿਹੜੇ ਸਿੱਖ ਦਾੜੇ ਖੋਲ ਕੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਕਹਿੰਦੇ ਨੇ ਅੱਜ ਉਹ ਸਿੱਖੀ ਦਾ ਕਾਨ ਕਰ ਰਹੇ ਨੇ। ਨਾ ਉਹ ਕਮੇਟੀ ਵੈਲਿਡ ਹੈ, ਨਾ ਉਸ ਕਮੇਟੀ ਨੂੰ ਅਸੀਂ ਕੋਈ ਕੰਮ ਕਰਨ ਦਿਆਂਗੇ, ਇਹ ਵਾਅਦਾ ਹੈ ਸਾਡਾ। क्या कोई ਪੁਲਿਸ ਕੋ ਬੁਲਾਉਣ ਦਾ ਮਤਲਬ ਹੀ ਇਹੀ ਸੀਗਾ ਕਿ ਸਾਡੀ ਕੰਪਲੇਂਟ ਦਰਜ ਹੋਏਗੀ, ਕੱਲ ਸਵੇਰੇ ਕੋਰਟ 'ਚ ਮੂਵ ਹੋਵਾਂਗੇ, ਜੋ ਬੰਦੇ ਐਕਸ਼ਨ ਨੇ ਕਾਨੂੰਨੀ ਕਾਰਵਾਈ ਜੋ ਵੀ ਹੋਏਗੀ ਉਹਨੂੰ ਅਸੀਂ ਪੂਰਾ ਚੁੱਕਾਂਗੇ। ਇਧਰੋਂ ਫਤਿਹ ਅਰਜ਼ ਬੁਲਾਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਮਨਾਪਾਰ ਗੁਰੂ ਨਾਨਕ ਸਿੱਖ ਸੁਸਾਇਟੀ ਦੀ ਚੋਣ ਸੀ। ਸਨ 90-95 ਤੋਂ ਮੈਂ ਚੋਣਾਂ ਦੇਖਦਾ ਆ ਰਿਹਾ, ਲੇਕਿਨ ਅੱਜ ਜੋ ਇਸ ਗੁਰੂ ਨਾਨਕ ਸਿੱਖ ਸੁਸਾਇਟੀ ਦੀ ਚੋਣ ਦਾ ਮਿਆਰ ਜਿੰਨਾ ਅੱਜ ਮੈਂ ਗਿਰਿਆ ਵੇਖਿਆ ਸੰਗਤ ਜੀ, ਮੈਂ ਕਦੇ ਜੀਵਨ 'ਚ ਨਹੀਂ ਦੇਖਿਆ। ਔਰ 40 ਵੋਟਾਂ ਜਿਹੜੀਆਂ ਪਈਆਂ ਨੇ 20 ਇੱਕ ਵੀਰ ਨੂੰ ਪੈ ਰਹੀਆਂ, 20 ਇੱਕ ਵੀਰ ਨੂੰ ਪੈ ਰਹੀਆਂ। ਜਦੋਂ ਮੌਕੇ ਦਾ ਪ੍ਰਧਾਨ ਇਹ ਕਹਿ ਰਿਹਾ ਕਿ ਟਾਈ ਹੋ ਗਿਆ, ਜਦੋਂ ਟਾਈ ਹੋ ਗਿਆ ਔਰ ਦੋਨੋਂ ਵੀਰ ਸੰਗਤ ਦਾ ਫੈਸਲਾ ਮੰਨਣ ਵਾਸਤੇ ਕਮਰੇ 'ਚ ਜਾਂਦੇ ਨੇ ਕਿ ਅਸੀਂ ਦੋਨੋਂ ਫੈਸਲਾ ਕਰ ਲਈਏ, ਔਰ ਕਮਰੇ 'ਚ ਜਾ ਕੇ ਬੱਬਰ ਵੀਰ ਜੀ ਨੇ ਕਿਹਾ ਵੀ ਜੋ ਸੰਗਤ ਮੈਨੂੰ ਹੁਕਮ ਲਗਾਏਗੀ ਮੈਂ ਉਹ ਮੰਨਣ ਨੂੰ ਤਿਆਰ ਹਾਂ। ਲੇਕਿਨ ਉਹ ਵੀਰ ਨੇ ਬਾਹਰ ਆ ਕੇ ਕਿਹਾ ਜੀ ਮੈਨੂੰ ਬਿਲकुल भी ਮਨਜ਼ੂਰ नहीं है। बात हुआ जो बोल रहे हैं कि 20-20 वोट जो सीधा पूरा झूठ है। खराब हुई है, आपको 18 पड़ी हैं, 2 काउंसिल, मुझे 20 पड़ी हैं, आई एम विनर। तो फिर जो मौके के प्रधान थे सर रणजीत सिंह जी, उन्होंने उसको मुझे ओके किया और मुझे विनिंग का सर्टिफिकेट दिया। का खालसा, वाहिगुरु जी की फतेह। आज जमुना पार गुरु नानक सिख सुसाइटी जो तकरीबन 40 साल पुरानी संस्था जमुना पार दी है, जिहदी सेवा एक बहुत वड्डी सेवा है कि साल दे विच गुरु नानक पातशाह दे गुरु तेग बहादुर साहब महाराज जी जिहड़े नगर कीर्तन ने वो गुरु नानक सिख सुसाइटी सजांदी है। इहदा प्रोसैस है कि इहदा प्रधान जिहड़ा है 2 साल बाद नवां चुनिया जाता है। हर 2 साल बाद जो भी प्रधान बनता है वो 2 साल की सेवा निभाता है और उस बाद फिर इलैक्शन होते हैं। उस तरह ही अज गुरु नानक सिख सुसाइटी जमनापार के गुरुद्वारा श्री गुरु सिंह सभा 14 बलाक विखे इलैक्शन सीगे, जिस इलैक्शन के तकरीबन ये 42 वोट्स 42 वोटां पैंदियां ने। 42 वोटां वो वोटां ने जिहड़ियां 36 सिंह सभा गुरुद्वारा साहिब और 6 अखाड़े के जथेदार टोटल 42 वोटां पोल करते हैं। ਅੱਜ ਉਹ 42 ਵਿੱਚੋਂ 40 ਵੋਟਾਂ ਪੋਲ ਹੋਈਆਂ, 2 ਵੋਟਾਂ ਕਿਸੇ ਕਾਰਨ ਜਿਹੜੀਆਂ ਨੇ ਅਵੋਇਡ ਕੀਤੀਆਂ ਗਈਆਂ, ਇੱਕ ਐਬਸੈਂਟ ਸੀ, ਇੱਕ ਕਿਸੇ ਡਿਸਪਿਊਟ ਕਰਕੇ ਉਹ ਕੈਂਸਲ ਕੀਤੀਆਂ ਗਈਆਂ। ਜਦੋਂ 40 ਵੋਟਾਂ ਪੋਲ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਗਿਣਤੀ ਸ਼ੁਰੂ ਹੁੰਦੀ ਹੈ ਤੇ ਗਿਣਤੀ ਦੇ ਵਿੱਚ 20 ਵੋਟਾਂ ਮੈਨੂੰ ਪੈਂਦੀਆਂ ਔਰ ਜੋ ਮੇਰੇ ਸਾਹਮਣੇ ਅਪੋਜ਼ਿਟ ਖੜਾ ਸੀ 20 ਵੋਟਾਂ ਉਹਨੂੰ ਪੈਂਦੀਆਂ ਨੇ, ਟਾਈ ਹੋ ਜਾਂਦਾ ਹੈ। ਸੰਗਤ ਕਹਿੰਦੀ ਹੈ ਬਈ ਇਹਨੂੰ ਦੁਬਾਰਾ ਇਲੈਕਸ਼ਨ ਨਹੀਂ ਕਰਾਣੇ, ਪ੍ਰੋਸੈਸ ਲੱਗਦਾ, ਟਾਈਮ ਲੱਗਦਾ, ਵੇਸਟ ਹੁੰਦਾ ਹਰ ਚੀਜ਼, ਤੇ ਅੱਜ ਹੀ ਇਹਨੂੰ ਫੈਸਲਾ ਕਰ ਦਿੰਦੇ ਆ। ਸੰਗਤ ਦਾ ਜੋ ਬਹੁ ਗਿਣਤੀ ਸੰਗਤ ਦਾ ਹੁਕਮ ਸੀਗਾ ਕਿ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਦੋਨੋਂ ਜਾ ਕੇ ਤੁਹਾਡੇ ਦੋਨਾਂ ਦੇ ਨਾਮ ਦੀਆਂ ਪਰਚੀਆਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਪਾਉਂਦੇ ਆ ਔਰ ਉਹਦੇ ਵਿੱਚੋਂ ਪਰਚੀ ਕੱਢਦੇ ਆ। ਜਿਹਦੀ ਵੀ ਪਰਚੀ ਨਿਕਲੀ 2 ਸਾਲ ਵਾਸਤੇ ਪ੍ਰਧਾਨ ਉਹ ਨਿਯੁਕਤ ਕੀਤਾ ਜਾਏਗਾ, ਇਲੈਕਸ਼ਨ ਦੁਬਾਰਾ ਨਹੀਂ ਕਰਾਉਣਾ। ਹਜੇ ਇਹ ਗੱਲ ਹੋ ਰਹੀ ਹੁੰਦੀ ਹੈ, ਇਹਦੇ ਵਿੱਚ ਦਿੱਲੀ ਕਮੇਟੀ ਦਾ ਜੁਆਇੰਟ ਸਕੱਤਰ और जो मेरे अपोजिट खड़े हुए सी जतिंदरपाल सिंह गोल्डी और मौके का प्रधान रणजीत सिंह बग्गा जी वो इत्थे मौजूद सीगे, उन्हां दी अगवाई विच इलैक्शन हो रहा सी। और ਇਹ ਜਦੋਂ ਸੰਗਤ ਇਹਨਾਂ ਨੂੰ ਕਹਿੰਦੀ ਹੈ
ਕਿ ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੁਹਾਡੇ ਤੇ ਭਰੋਸਾ ਹੋਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ 2 ਵੋਟਾਂ ਪਾ ਕੇ ਤੁਸੀਂ ਸਿਲੈਕਟ ਕਰ ਲਓ। ਮੈਂ ਸੰਗਤ ਦੀ ਹਜ਼ੂਰੀ ਵਿੱਚ ਹਾਮੀ ਭਰੀ ਜੀ, ਮੈਂ ਇਸ ਫੈਸਲੇ ਤੋਂ ਐਕਸੈਪਟ ਕਰਦਾ ਕਿਉਂਕਿ ਸੰਗਤ ਦਾ ਹੁਕਮ ਹੈ। ਔਰ ਇਹ ਲੋਕ ਐਕਸੈਪਟ ਨਾ ਕਰਕੇ ਫੋਨ ਕੰਨ ਤੇ ਲਾ ਕੇ ਕੋਈ ਇੱਧਰ ਉੱਧਰ ਕਰਦੇ ਸਾਨੂੰ ਨਹੀਂ ਪਤਾ ਲੱਗਦਾ ਕਦੋਂ ਜਿਹੜੀਆਂ ਵੋਟਾਂ ਪੋਲ ਹੋਈਆਂ ਉਹ ਔਰ ਰਜਿਸਟਰ ਚੁੱਕ ਕੇ ਇੱਥੋਂ ਭੱਜ ਜਾਂਦੇ ਨੇ। ਜੋ ਦਿੱਲੀ ਕਮੇਟੀ ਦਾ ਭਗੌੜਾ ਜੁਆਇੰਟ ਸਕੱਤਰ ਉਹ ਫੇਮਸ ਹੀ ਹੈ ਭੱਜਣ ਦੇ ਵਿੱਚ, ਕਿਉਂਕਿ ਆਪਣੇ ਮੂੰਹੋਂ ਖੁਸ਼ ਹੋ ਕੇ ਉਹ ਕਹਿੰਦਾ। ਤੇ ਇਸੇ ਤਰ੍ਹਾਂ ਹੀ ਜਦੋਂ ਸਾਰੇ ਇਹ ਲੋਕ ਰਜਿਸਟਰ ਔਰ ਵੋਟ ਜਿਹੜੀਆਂ ਪੋਲ ਹੋਈਆਂ ਸੀ ਉਹ ਲੈ ਕੇ ਭੱਜ ਜਾਂਦੇ ਨੇ, ਸਾਨੂੰ ਨਹੀਂ ਪਤਾ ਲੱਗਦਾ। ਫਿਰ ਮੈਂ ਭਰੀ ਸੰਗਤ ਜਿੱਥੋਂ ਫੇਸਬੁੱਕ ਦੇ ਉੱਤੇ ਵੀਡੀਓ ਜਨਤਕ ਕਰਦਾ ਆ ਔਰ ਉਹ ਅੱਜ ਕਿਸੇ ਘਰ ਦੇ ਵਿੱਚ ਕਮਰੇ ਦੇ ਵਿੱਚ ਜਾ ਕੇ ਆਪਣੇ ਆਪ ਹੀ ਲੈ ਵੀ ਤੂੰ ਪ੍ਰਧਾਨ ਬਣ ਗਿਆ, ਤੂੰ ਜਨਰਲ ਸਕੱਤਰ ਬਣ ਗਿਆ। ਬੜੀ ਮੰਦਭਾਗੀ ਗੱਲ ਹੈ ਕਿ ਜਿਹੜੇ ਸਿੱਖ ਦਾੜੇ ਖੋਲ ਕੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਕਹਿੰਦੇ ਨੇ ਅੱਜ ਉਹ ਸਿੱਖੀ ਦਾ ਕਾਨ ਕਰ ਰਹੇ ਨੇ। ਮੈਂ ਸੰਗਤ ਨੂੰ ਅਪੀਲ ਕਰਦਾ ਇਸ ਲੜਾਈ ਦੇ ਵਿੱਚ ਤੁਹਾਡਾ ਸਾਥ ਮੈਨੂੰ ਚਾਹੀਦਾ ਹੈ, ਕਿਉਂਕਿ ਹੁਣ ਜਦ ਤਿੱਕਰ ਧੱਕਾ ਇਹਨਾਂ ਦਾ ਬਰਦਾਸ਼ਤ ਕਦ ਤੱਕ ਕਰਾਂਗੇ। ਪਹਿਲੇ ਦਿੱਲੀ ਕਮੇਟੀ ਫਿਰ ਹਰਿਆਣਾ ਕਮੇਟੀ, ਹਰ ਜਗ੍ਹਾ ਸਿੱਖਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਰ ਜਗ੍ਹਾ ਧੱਕਾ ਹੋ ਰਿਹਾ ਹੈ। ਮੈਂ ਬੇਨਤੀ ਕਰਦਾ ਸੰਗਤ ਨੂੰ, ਹੁਣ ਸੰਗਤ ਅਪੀਲ ਕਰਦਾ ਸੰਗਤ ਅੱਗੇ ਆ ਕੇ ਇਸ ਚੀਜ਼ ਦਾ ਫੈਸਲਾ ਕਰੇਗੀ। ਮੈਨੂੰ ਜੋ ਦੱਸਿਆ ਗਿਆ ਸੰਗਤ ਵੱਲੋਂ ਹੁਕਮ ਹੋਇਆ ਕਿ ਤੁਹਾਨੂੰ ਜ਼ਰੂਰ 100 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਦੱਸਣਾ ਚਾਹੀਦਾ ਹੈ ਕਿ ਹਾਂ ਉਹ ਵੋਟਾਂ ਔਰ ਰਜਿਸਟਰ ਚੁੱਕ ਕੇ ਭੱਜ ਗਏ ਨੇ ਔਰ ਇੱਕ ਕਮਰੇ ਵਿੱਚ ਕਿਸੇ ਦੇ ਘਰ ਜਾ ਕੇ 5 ਮੈਂਬਰ ਖੜੇ ਹੋ ਕੇ ਇੱਕ ਦੂਸਰੇ ਨੂੰ ਸਰੋਪਾ ਪਾ ਕੇ ਪ੍ਰਧਾਨ ਸਕੱਤਰ ਅਨਾਉਂਸ ਕਰ ਰਹੇ ਨੇ। ਨਾ ਅਸੀਂ ਉਹ ਕਮੇਟੀ ਮੰਨਦੇ ਹਾਂ, ਨਾ ਉਹ ਕਮੇਟੀ ਵੈਲਿਡ ਹੈ, ਨਾ ਉਸ ਕਮੇਟੀ ਨੂੰ ਅਸੀਂ ਕੋਈ ਕੰਮ ਕਰਨ ਦਿਆਂਗੇ। ਇਹ ਵਾਅਦਾ ਹੈ ਸਾਡਾ। क्या कोई ਪੁਲਿਸ ਕੋ ਬੁਲਾਉਣ ਦਾ ਮਤਲਬ ਹੀ ਇਹੀ ਸੀਗਾ ਕਿ ਸਾਡੀ ਕੰਪਲੇਂਟ ਦਰਜ ਹੋਏਗੀ, ਕੱਲ ਸਵੇਰੇ ਕੋਰਟ 'ਚ ਮੂਵ ਹੋਵਾਂਗੇ। ਜੋ ਬੰਦੇ ਐਕਸ਼ਨ ਨੇ, ਕਾਨੂੰਨੀ ਕਾਰਵਾਈ ਜੋ ਵੀ ਹੋਏਗੀ ਉਹਨੂੰ ਅਸੀਂ ਪੂਰਾ ਚੁਕਾਂਗੇ। पहली बात तो जो बोल रहे हैं कि 20-20 वोट जो सीधा कोरा झूठ है। जब वहाँ पर वोटिंग हुई थी, वोटिंग होने के बाद 42 में से 2 कैंसिल हो गई, बाकी रह गए 40 की पोलिंग हुई। जब वहाँ बैठे उनके अंदर वो मेरे से पहले मेरे कैंडिडेट सामने जो प्रतिद्वंदी थे उन्होंने बोला था कि अगर किसी की वोट के पर्ची के ऊपर कोई ओवर राइटिंग हो जाएगी, एक की जगह 2 टिक हो जाएंगे या कोई दूसरी चीज़ का टिक होगा तो उसे मतलब कैंसिल माना जाएगा। जो वो खुद बोल रहे हैं तो फिर उसको मानते क्यों नहीं है? मैंने वहाँ पर वो रोका, समझे नहीं। उन्होंने सब साथियों ने बड़ा शोर डाला, बह करने नहीं, क्विट हो गया। मुझे उन्होंने जबरदस्ती अंदर भेज दिया। मैंने अंदर जाके बोला कि सॉरी, दिस इज नॉट क्विट। ये 2 वोट खराब हुई हैं, आपको 18 पड़ी हैं, 2 काउंसिल, मुझे 20 पड़ी हैं, आई एम विनर। तो फिर जो मौके के प्रधान थे सरदार रणजीत सिंह जी, उन्होंने उसको मुझे ओके किया और मुझे विनिंग का सर्टिफिकेट दिया। लेकिन उन्होंने वो आरोप लगाया कि आप बैलेट पेपर जो रजिस्टर था वो लेकर चले गए हैं और आपने किसी बंद कमरे में जाके जो है वो शपथ लिया है। सर मैं किसी बंद कमरे में शपथ क्यों लूँगा? मैं कोई चोर थोड़ी। चोर तो वो थे जो शोर डाल रहे थे, बंदे लेके बदमाशी दिखा रहे थे। मैंने ऐसा कोई माहौल नहीं बनाया। हमने तो हाथ जोड़ के काम किया था और हाथ जोड़ के सेवा करनी है, कोई किसी को जजात वाली बात नहीं है। इसलिए और जो बंद कमरे की बात होती तो मेरे पास जो मुझे पोस्ट सर्टिफिकेट दिया गया, जो रजिस्टर दिया गया, तो कम से कम 25 बंदे मेरे साथ खड़े थे। तो बंद कमरे में 25 बंदे नहीं कभी आते, उनको ये भी सोची दे क्या दीजिए। गुरुद्वारा में क्यों नहीं लिया आपने शपथ? अगर बात सर वहाँ पे तो मारने वाले हालात इनके आ गए। जब उन्होंने सर्टिफिकेट मुझे ओके कर दिया, मुझे जीतू घोषित कर दिया था रणजीत सिंह जी ने, तो उस वक्त उन्होंने मारने वाला हालात कर दिए थे, लड़ने वाला काम किए थे। लोग जैसे कोई मारने के लिए हमारे पास आए हैं तो ये कोई मारने वाला काम थोड़ा ना था, ये सेवा की बात थी। ऐसे हरकत करके ऐसे लोग लाके इन्होंने जो काम किया है बड़ा ही बंदभागा काम किया है। शर्म करनी चाहिए कि ऐसी चीज़ की आप जो सेवा लेना चाह रहे हो या लड़ाइयाँ करने के लोग लेके आए हो। जितने इन्होंने लड़के इकट्ठे किए थे कोई वोटर नहीं था जिनके मारने वाले लड़ने वालों में से, सारे आउट ऑफ वोटर सब लेके आए थे वो। नहीं जी हमारे तो साथी हैं, तो ठीक है, सॉरी, हम लड़ने वालों में से नहीं है, हम तो हाथ जोड़ के सेवा करने वालों से हैं। जो हमें बाबा ने सेवा दी उसे हम करेंगे। अब वो कानूनी कार्रवाई की बात कर रहे हैं। देखो उनकी मर्जी है, जो मर्जी करें जी, समझे नहीं। हम तो उन्हीं के बताए हुए रूल से चले हैं। बुरा ना मानना, अगर उस स्टार्टिंग से पहले वो ऐसे कोई रूल ना फॉलो करते शायद हम भी क्विट के लिए मानते, लेकिन उन्होंने खुद ऐसे रूल बनाए हैं तो माने।